हेलो स्टूडेंट्स, वेलकम इन द इकनॉमिक्स क्लास। स्टूडेंट अज की जो +1 की क्लास ਦੇ ਵਿੱਚ ਅਸੀਂ टॉपिक पढ़न जा रहे हैं वो है नेचर ऑफ इकनॉमिक्स। अर्थशास्त्र का सुभाਅ ਜਾਂ प्रकृति ਜਾਂ ਸੁਭਾਅ ਤੋਂ ਭਾਵ है कि अर्थशास्त्र ਜਿਹੜਾ विषय आ वो साइंस है ਜਾਂ फिर आर्ट है, कला है ਜਾਂ विज्ञान है ਜਾਂ ਦੋਵੇਂ ही हैं। ये अज ਅਸੀਂ पढ़ांगे। सो शुरू करते हैं अज का टॉपिक। सेलिगमैन नाम का एक व्यक्ति होया, अर्थशास्त्री होया, उन्हें दसिया कि कोई भी विज्ञान दो तरह का हो सकता है, या फिर वो सोशल साइंस हो सकता है या फिर वो नैचुरल साइंस हो सकता है। सोशल साइंस या समाजिक विज्ञान वो विज्ञान होंदा जिहदे विच की आ मनुक्खां दा अध्ययन किया जाता है। सो इकनॉमिक्स भी एक सोशल साइंस है, क्योंकि ये भी है मनुख जिहड़े प्रोड्यूसर है, चाहे वो कंज्यूमर है, चाहे वो इन्वेस्टर है, चाहे वो डिस्ट्रीब्यूटर है, ये सारे ही की है मनुख होंदे हन। इन्हां दी मनोविग्यानिक ਜਾਂ ਇਹਨਾਂ ਦੀ प्रकृति ਜਾਂ ਇਹਨਾਂ ਦੇ ਵਿਵਹਾਰ ਦਾ ਅਧਿਐਨ ਕੀਤਾ ਜਾਂਦਾ ਹੈ। ਇਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕੰਜ਼ਿਊਮਰ ਦੀ ਕੀ ਆ ਮੈਕਸਿਮਮ ਸੈਟੀਸਫੈਕਸ਼ਨ ਦੀ ਆਪਾਂ ਗੱਲ ਕਰਦੇ ਹਾਂ, ਪ੍ਰੋਡਿਊਸਰ ਦੀ ਕੀ ਆ ਅਸੀਂ ਮੈਕਸਿਮਮ ਪ੍ਰੋਫਿਟ ਦੀ ਗੱਲ ਕਰਦੇ ਹਾਂ। ਦੂਸਰੇ ਪਾਸੇ ਜਿਹੜਾ ਨੈਚੁਰਲ ਸਾਇੰਸ ਹੁੰਦਾ ਆ ਉਹਦੇ ਵਿੱਚ ਕੀ ਹੁੰਦਾ ਆ ਕੁਦਰਤੀ ਪਦਾਰਥਾਂ ਨਿਰਜੀਵ ਪਦਾਰਥਾਂ ਦਾ ਅਧਿਐਨ ਕੀਤਾ ਜਾਂਦਾ। ਫੋਰ ਐਗਜ਼ਾਮਪਲ ਕਹਿ ਸਕਦੇ ਹਾਂ ਫਿਜ਼ਿਕਸ ਹੁੰਦਾ ਆ, ਉਹਦੇ ਗੁਡਸ ਦਾ ਲਾਅ ਦਾ ਨੈਚੁਰਲ ਲਾਅ ਦੀ ਆਪਾਂ ਕਹਿੰਦੇ ਆ ਅਧਿਐਨ ਕਰ ਸਕਦੇ ਹਾਂ। ਦੂਸਰੇ ਪਾਸੇ ਕੈਮਿਸਟਰੀ ਜਿਹੜੀ ਹੁੰਦੀ ਆ कैमिकल या रसायनिक विज्ञान ਉਹਦੇ ਵਿੱਚ ਕੀ ਅਸੀਂ ਕੈਮੀਕਲ ਦਾ ਅਧਿਐਨ ਕਰਦੇ ਹਾਂ, ਵੱਖ-ਵੱਖ ਕੈਮੀਕਲਸ ਦੇ ਸੋਲਿਊਸ਼ਨ ਦਾ ਅਧਿਐਨ ਕਰਦੇ ਹਾਂ। ਸੋ ਅਸੀਂ ਕਹਿ ਸਕਦੇ ਹਾਂ ਜਿਹੜਾ ਸਾਡਾ ਅਰਥ ਸ਼ਾਸਤਰ ਆ ਉਹ ਸਮਾਜਿਕ ਵਿਗਿਆਨ ਹੈ, ਕਿਉਂਕਿ ਇਹਦੇ ਵਿੱਚ ਮਨੁੱਖਾਂ ਦਾ ਅਧਿਐਨ ਹੁੰਦਾ ਹੈ, ਨਾ ਕਿ ਨੈਚੁਰਲ ਸਾਇੰਸ, ਨਾ ਕਿ ਕੁਦਰਤੀ ਵਿਗਿਆਨ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਅਰਥ ਸ਼ਾਸਤਰ ਆ ਉਹ ਸਮਾਜਿਕ ਵਿਗਿਆਨ ਕਿਉਂ ਹੈ। ਫਸਟ ਆਫ ਆਲ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਕੀ ਹੈ ਲੜੀਵਾਰ ਅਧਿਐਨ ਕੀਤਾ ਜਾਂਦਾ ਹੈ, ਸਿਸਟੇਮੈਟਿਕਲ ਸਟੱਡੀ ਕੀਤੀ ਜਾਂਦੀ ਹੈ ਇਕਨੋਮਿਕਸ ਦੇ ਵਿੱਚ। ਫੋਰ ਐਗਜ਼ਾਮਪਲ ਕਹਿ ਸਕਦੇ ਹਾਂ ਕੰਜ਼ਿਊਮਰ ਦੇ ਲਈ ਜਿਹੜੀ ਆ ਉਹ ਮੈਕਸਿਮਮ ਸੈਟਿਸਫੈਕਸ਼ਨ ਦੀ ਗੱਲ ਕੀਤੀ ਜਾਂਦੀ ਹੈ, ਪ੍ਰੋਡਿਊਸਰ ਦੀ ਮੈਕਸਿਮਮ ਪ੍ਰੋਫਿਟ ਦੀ ਗੱਲ ਕੀਤੀ ਜਾਂਦੀ ਹੈ, ਸੋਸਾਇਟੀ ਦੀ ਮੈਕਸਿਮਮ ਵੈਲਫੇਅਰ ਦੀ ਗੱਲ ਕੀਤੀ ਜਾਂਦੀ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਸਿਸਟੇਮੈਟਿਕਲੀ ਇਕਨੋਮਿਕਸ ਦੇ ਵਿੱਚ ਕੀ ਹੈ ਸਟੱਡੀ ਕੀਤੀ ਜਾਂਦੀ ਹੈ ਅਲੱਗ-ਅਲੱਗ ਮਨੁੱਖਾਂ ਦੀ, ਅਲੱਗ-ਅਲੱਗ ਸੋਸਾਇਟੀਜ਼ ਦੀ। ਸੋ ਨੈਕਸਟ ਜਿਹੜਾ ਪੁਆਇੰਟ ਹੈ ਸਾਡਾ ਕੌਜ਼ ਐਂਡ ਇਫੈਕਟ ਰਿਲੇਸ਼ਨ। ਜਿਸ ਤਰ੍ਹਾਂ ਸਾਇੰਸ ਦੇ ਵਿੱਚ ਕੌਜ਼ ਐਂਡ ਇਫੈਕਟ ਦਾ ਰਿਲੇਸ਼ਨ ਹੁੰਦਾ ਹੈ, ਇਸੇ ਤਰੀਕਾ ਇਕਨੋਮਿਕਸ ਦੇ ਵਿੱਚ ਕੀ ਆ ਕੌਜ਼ ਐਂਡ ਇਫੈਕਟ ਦਾ ਰਿਲੇਸ਼ਨ ਹੁੰਦਾ ਹੈ। ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਉਹ ਕੀ ਹੋ ਜਾਂਦਾ ਕੌਜ਼ ਹੋ ਜਾਂਦਾ ਹੈ, ਉਹਦਾ ਇਫੈਕਟ ਕੀ ਪੈਂਦਾ ਹੈ ਕਿ ਮੰਗ ਕੀ ਆ ਘਟ ਜਾਂਦੀ ਹੈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਇਹ ਜਿਹੜਾ ਕੌਜ਼ ਐਂਡ ਇਫੈਕਟ ਦਾ ਰਿਲੇਸ਼ਨ ਆ ਉਹ ਇਕਨੋਮਿਕਸ ਦੇ ਵਿੱਚ ਵੀ ਪਾਇਆ ਜਾਂਦਾ ਹੈ। ਸੋ ਜਿਹੜਾ ਇਸੇ ਕਾਰਨ ਅਸੀਂ ਸਮਾਜਿਕ ਵਿਗਿਆਨ ਅਰਥ ਸ਼ਾਸਤਰ ਨੂੰ ਸਮਾਜਿਕ ਵਿਗਿਆਨ ਆਖਦੇ ਹਾਂ। ਥਰਡ ਸਾਡਾ ਪੁਆਇੰਟ ਆਪਾਂ ਕਹਿ ਸਕਦੇ ਹਾਂ ਵਿਗਿਆਨਿਕ ਸੱਚਾਈ। ਜਿੰਨੇ ਵੀ ਆਪਾਂ ਇਕਨੋਮਿਕਸ ਦੇ ਵਿੱਚ ਲਾਅ ਪੜ੍ਹਦੇ ਹਾਂ ਉਹ ਕਿਤੇ ਨਾ ਕਿਤੇ ਰੂਪ ਉਹਨੂੰ ਆਪਾਂ ਵਿਗਿਆਨਿਕ ਤਰਕ 'ਤੇ ਆਪਾਂ ਉਹਨੂੰ ਪਰਖ ਕੇ ਦੇਖਦੇ ਹਾਂ, ਉਹਦੀ ਸੱਚਾਈ ਦੀ ਜਾਂਚ ਕਰਦੇ ਹਾਂ। ਫੋਰ ਐਗਜ਼ਾਮਪਲ ਕਹਿ ਸਕਦੇ ਹਾਂ ਜਿਸ ਤਰ੍ਹਾਂ ਨੈਚੁਰਲ ਸਾਇੰਸ ਦੇ ਵਿੱਚ ਲਾਅ ਆ ਕਿ ਕੋਈ ਵੀ ਵਸਤੂ ਅਸੀਂ ਅਸਮਾਨ ਵੱਲ ਨੂੰ ਉਛਾਲਦੇ ਹਾਂ ਤਾਂ ਉਹ ਧਰਤੀ ਦੇ ਉੱਪਰ ਆ ਕੇ ਡਿੱਗੇਗੀ, ਜਿਹਦਾ ਕਿ ਕਾਰਨ ਕੀ ਹੈ ਗ੍ਰੈਵਿਟੀ, ਗੁਰਤਾ ਸ਼ਕਤੀ, ਧਰਤੀ ਦੀ ਗੁਰਤਾ ਸ਼ਕਤੀ। ਦੂਸਰੇ ਪਾਸੇ ਆਪਾਂ ਗੱਲ ਕਰੀਏ ਇਹ ਜਿਹੜਾ ਲਾਅ ਆਪਾਂ ਕਹਿੰਦੇ ਗ੍ਰੈਵਿਟੀ ਦਾ, ਇਹ ਇੰਡੀਆ ਨਾਲ ਦੀ ਨਾਲ ਪੂਰੇ ਵਰਲਡ ਦੇ ਵਿੱਚ ਆਪਾਂ ਕਹਿੰਦੇ ਲਾਗੂ ਹੁੰਦਾ ਹੈ। ਸੇਮ ਇਸੇ ਤਰੀਕੇ ਨਾਲ ਇਕਨੋਮਿਕਸ ਦੇ ਵਿੱਚ ਵੀ ਜਿਹੜੇ ਲਾਅ ਆ ਚਾਹੇ ਥਿਊਰੀ ਆਫ ਡਿਮਾਂਡ ਆ ਚਾਹੇ ਥਿਊਰੀ ਆਫ ਸਪਲਾਈ ਆ ਇਹ ਵੀ ਕੀ ਹੈ ਪੂਰੇ ਵਰਲਡ ਦੇ ਵਿੱਚ ਲਾਗੂ ਹੁੰਦੇ ਆ। ਜੇਕਰ ਇੰਡੀਆ ਦੇ ਵਿੱਚ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਹਦੀ ਕੀ ਹੈ ਮੰਗ ਘਟੇਗੀ। ਸੇਮ ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਜੇਕਰ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਹਦੀ ਮੰਗ ਘਟੇਗੀ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਇਕਨੋਮਿਕਸ ਆ ਉਹ ਕੀ ਆ ਸੋਸ਼ਲ ਸਾਇੰਸ ਹੈ। ਅੱਗੇ ਜਾ ਕੇ ਸੋਸ਼ਲ ਸਾਇੰਸ ਦੀਆਂ ਟਾਈਪਸ ਬਣਦੀਆਂ ਆ, ਉਹ ਕਿਹੜੀ ਹੁੰਦੀ ਆ ਵਾਸਤਵਿਕ ਤੇ ਆਦਰਸ਼ਾਤਮਕ। ਵਾਸਤਵਿਕ ਜਿਹੜਾ ਵਿਗਿਆਨ ਹੈ ਉਹ ਸਾਨੂੰ ਕੀ ਦੱਸਦਾ ਹੈ ਕੀ ਹੈ ਕੀ ਸੀ ਜਾਂ ਕੀ ਹੋਵੇਗਾ। ਜਿਹੜਾ ਵਾਸਤਵਿਕ ਸਾਇੰਸ ਹੁੰਦੀ ਹੈ ਜਾਂ ਵਾਸਤਵਿਕ ਵਿਗਿਆਨ ਹੁੰਦਾ ਹੈ ਉਹ ਕਿਸੇ ਸਮੱਸਿਆ ਦੇ ਬਾਰੇ ਇਹ ਸਾਨੂੰ ਦੱਸਦਾ ਹੈ ਕਿ ਉਹ ਸਮੱਸਿਆ ਕਿਹੋ ਜਿਹੀ ਹੈ, ਕਿਹੋ ਜਿਹੀ ਸੀ ਜਾਂ ਕਿਹੋ ਜਿਹੀ ਹੋਵੇਗੀ। ਸੇਮ ਇਸੇ ਤਰੀਕੇ ਨਾਲ ਇਕਨੋਮਿਕਸ ਦੇ ਵਿੱਚ ਕੀ ਅਸੀਂ ਸਟੱਡੀ ਕਰਦੇ ਹਾਂ ਕਿ ਕਿਸੇ ਵੀ ਸਮੱਸਿਆ ਦੀ ਫੋਰ ਐਗਜ਼ਾਮਪਲ ਕਿਸੇ ਕੰਟਰੀ ਦੇ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਦੀ ਸਮੱਸਿਆ ਪਾਈ ਜਾਂਦੀ ਹੈ, ਉਹਦੀ ਬਾਰੇ ਅਸੀਂ ਯਾਨੀ ਕਿ ਜਾਣਕਾਰੀ ਲੈਣ ਦੇ ਲਈ ਅੰਕੜੇ ਇਕੱਠੇ ਕਰਾਂਗੇ। ਉਹ ਅੰਕੜੇ ਸਾਨੂੰ ਕੀ ਜਾਣਕਾਰੀ ਦੇਣਗੇ ਕਿ ਗਰੀਬੀ ਕੀ ਹੈ, ਕਿੰਨੀ ਗਰੀਬੀ ਹੈ, ਕਿੰਨੀ ਪਹਿਲਾਂ ਸੀ ਜਾਂ ਕਿੰਨੀ ਅੱਗੇ ਜਾ ਕੇ ਹੋਵੇਗੀ। ਸੇਮ ਇਸ ਤਰੀਕੇ ਨਾਲ ਬੇਰੁਜ਼ਗਾਰੀ ਹੈ ਉਸ ਦੇ ਬਾਰੇ ਵੀ ਅਸੀਂ ਕਲੀਅਰ ਕਰ ਸਕਦੇ ਹਾਂ ਅੰਕੜਿਆਂ ਤੋਂ। ਵਾਸਤਵਿਕ ਵਿਗਿਆਨ ਸਾਨੂੰ ਇਹ ਦੱਸਦਾ ਹੈ ਕਿ ਕੋਈ ਸਮੱਸਿਆ ਕੀ ਹੈ, ਕੀ ਸੀ ਤੇ ਕੀ ਹੋਵੇਗੀ ਜਾਂ ਕੀ ਹੋਵੇਗਾ। ਇਹ ਸਾਨੂੰ ਕੋਈ ਸਲਾਹ ਜਾਂ ਸੁਜੈਸ਼ਨ ਨਹੀਂ ਦਿੰਦਾ ਕਿ ਉਹਨੂੰ ਸੁਧਾਰਨ ਜਾਂ ਉਸ ਸਮੱਸਿਆ 'ਚੋਂ ਨਿਕਲਣ ਦੇ ਲਈ। ਵਾਸਤਵਿਕ ਵਿਗਿਆਨ ਸਿਰਫ ਕੀ ਹੈ ਸਮੱਸਿਆ ਦੇ ਬਾਰੇ ਦੱਸਦਾ ਹੈ ਕਿ ਸਭ ਸਮੱਸਿਆ ਦੀ ਗੰਭੀਰਤਾ ਦੇ ਬਾਰੇ ਦੱਸਦਾ। ਸੋ ਅਸੀਂ ਕਹਿ ਸਕਦੇ ਇਕਨੋਮਿਕਸ ਵੀ ਕੀ ਹੈ ਇੱਕ ਵਾਸਤਵਿਕ ਵਿਗਿਆਨ ਹੈ। ਹੁਣ ਨੈਕਸਟ ਟਾਈਪ ਵੱਲ ਨੂੰ ਜਾਂਦੇ ਹਾਂ ਆਦਰਸ਼ਾਤਮਕ। ਇਹ ਦੱਸਦਾ ਹੈ ਕਿ ਕੀ ਹੋਣਾ ਚਾਹੀਦਾ ਹੈ।
ਆਦਰਸ਼ਾਤਮਕ ਵਿਗਿਆਨ ਕੀ ਹੈ, ਸਾਨੂੰ ਸੁਝਾਅ ਦਿੰਦਾ ਹੈ, ਸਲਾਹ ਦਿੰਦਾ ਹੈ ਕਿ ਜਿਹੜੀ ਸਮੱਸਿਆ ਸਾਡੇ ਸਾਹਮਣੇ ਹੈ ਉਸ ਸਮੱਸਿਆ ਦਾ ਅਸੀਂ ਕਿਵੇਂ ਹੱਲ ਕਰਨਾ। ਫੋਰ ਐਗਜ਼ਾਮਪਲ ਕਹਿ ਸਕਦੇ ਹਾਂ, ਇੱਧਰ ਆਪਾਂ ਦੇਖਿਆ ਸੀ ਕਿ ਗਰੀਬੀ ਤੇ ਬੇਰੁਜ਼ਗਾਰੀ ਸਮੱਸਿਆ ਸਾਡੇ ਦੇਸ਼ ਵਿੱਚ ਪਾਈ ਜਾਂਦੀ ਹੈ। ਆਦਰਸ਼ਾਤਮਕ ਵਿਗਿਆਨ ਸਾਨੂੰ ਕੀ ਦੱਸੇਗਾ ਕਿ ਇਸ ਗਰੀਬੀ ਤੇ ਬੇਰੁਜ਼ਗਾਰੀ ਸਮੱਸਿਆ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਕਿਵੇਂ ਦੂਰ ਕਰ ਸਕਦੇ ਹਾਂ ਅਸੀਂ? ਇਹੋ ਜਿਹੀ ਪਲੈਨਿੰਗ, ਇਹੋ ਜਿਹੀ ਨੀਤੀ ਬਣਾਵੇਗੀ ਸਰਕਾਰ ਕਿ ਜਿਹਦੇ ਨਾਲ ਕੀ ਹੈ ਗਰੀਬੀ ਤੇ ਬੇਰੁਜ਼ਗਾਰੀ ਖਤਮ ਹੋ ਜਾਵੇਗੀ। ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ, ਇਸ ਟਾਈਮ ਸਾਡੇ ਦੇਸ਼ ਦੇ ਵਿੱਚ ਮਨਰੇਗਾ ਨਾਮ ਦੀ ਸਕੀਮ ਚੱਲ ਰਹੀ ਹੈ, ਜਿਹਦੀ ਆਪਾਂ ਫੁੱਲ ਫਾਰਮ ਕਹਿ ਸਕਦੇ ਹਾਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਯੋਜਨਾ ਐਕਟ। ਸੋ ਇਹ ਜਿਹੜੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਜਿਹੜੇ ਅਲੱਗ-ਅਲੱਗ ਨੀਤੀਆਂ ਸਰਕਾਰ ਬਣਾਉਂਦੀ ਹੈ, ਇਹ ਸਾਰਾ ਕੀ ਹੈ ਆਦਰਸ਼ਾਤਮਕ ਵਿਗਿਆਨ ਦੇ ਵਿੱਚ ਆਉਂਦਾ ਹੈ। ਸੋ ਇਕਨੋਮਿਕਸ ਵੀ ਕੀ ਹੈ, ਇੱਕ ਆਦਰਸ਼ਾਤਮਕ ਵਿਗਿਆਨ ਹੈ, ਜਿਹਦੇ ਵਿੱਚ ਕੀ ਆ ਕਿਸੇ ਸਮੱਸਿਆ ਦਾ ਹੱਲ ਕੱਢਣ ਦੇ ਲਈ ਨੀਤੀਆਂ, ਪਲੈਨਿੰਗ, ਸੁਝਾਅ, ਸੁਜੈਸ਼ਨ ਦਿੱਤੇ ਜਾਂਦੇ ਹਨ ਤਾਂ ਜੋ ਉਸ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਇਨ ਦਾ ਲਾਸਟ ਇਕਨੋਮਿਕਸ ਕੀ ਆ, ਉਹ ਵਿਗਿਆਨ ਵੀ ਹੈ ਤੇ ਵਿਗਿਆਨ ਦੋਨੋਂ ਤਰ੍ਹਾਂ ਦੀ ਹੈ, ਵਾਸਤਵਿਕ ਵਿਗਿਆਨ ਤੇ ਆਦਰਸ਼ਾਤਮਕ ਵਿਗਿਆਨ। ਇਹ ਸਾਨੂੰ ਇਹ ਵੀ ਦੱਸਦਾ ਹੈ ਕਿ ਸਮੱਸਿਆ ਕੀ ਹੈ, ਕਿਹੋ ਜਿਹੀ ਹੈ, ਕਿੰਨੀ ਗੰਭੀਰ ਹੈ, ਤੇ ਦੂਸਰੇ ਪਾਸੇ ਇਕਨੋਮਿਕਸ ਸਾਨੂੰ ਇਹ ਵੀ ਦੱਸਦੀ ਹੈ ਕਿ ਉਸ ਸਮੱਸਿਆ 'ਚੋਂ ਕਿਵੇਂ ਨਿਕਲਣਾ, ਕਿਵੇਂ ਪਲੈਨਿੰਗ ਕਰਨੀ ਹੈ, ਕਿਵੇਂ ਨਵੀਂ ਨੀਤੀ ਬਣਾਉਣੀ ਹੈ ਉਸ ਸਮੱਸਿਆ ਨੂੰ ਖਤਮ ਕਰਨ ਦੇ ਲਈ। ਸਾਰੀ ਐਕਸਪਲੇਨੇਸ਼ਨ ਤੋਂ ਸਾਡਾ ਇਹ ਕਲੀਅਰ ਹੋ ਗਿਆ ਕਿ ਅਰਥ ਸ਼ਾਸਤਰ ਕੀ ਵਿਗਿਆਨ ਹੈ। ਵਿਗਿਆਨ ਦੀਆਂ ਦੋਨੋਂ ਹੀ ਕਿਸਮਾਂ ਹੀ ਹਨ, ਇਹ ਵਾਸਤਵਿਕ ਵਿਗਿਆਨ ਵੀ ਹੈ ਤੇ ਆਦਰਸ਼ਾਤਮਕ ਵਿਗਿਆਨ ਵੀ ਹੈ। ਹੁਣ ਅਸੀਂ ਕਰਾਂਗੇ ਕਿ ਅਰਥ ਸ਼ਾਸਤਰ ਕੀ ਹੈ, ਕਲਾ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਲਾ ਕੀ ਹੁੰਦੀ। ਕਲਾ ਕੀ ਹੁੰਦੀ ਹੈ? ਆਪਣੀ ਨੌਲੇਜ ਨੂੰ ਅਪਲਾਈ ਕਰਨਾ। ਕਿਸੇ ਜੋ ਵੀ ਸਾਡੇ ਕੋਲ ਨੌਲੇਜ ਹੈ, ਜੋ ਵੀ ਸਾਡੇ ਕੋਲ ਪ੍ਰੈਕਟੀਕਲ ਨੌਲੇਜ ਹੈ, ਉਹਨੂੰ ਅਸੀਂ ਕੀ ਕਰਨਾ ਹੈ, ਪ੍ਰੈਕਟੀਕਲੀ ਅਪਲਾਈ ਕਰਕੇ ਦੇਖਣਾ ਹੈ, ਉਸ ਨੌਲੇਜ ਨੂੰ ਵਰਤ ਕੇ ਦੇਖਣਾ ਹੈ। ਸੋ ਆਪਾਂ ਗੱਲ ਕਰਦੇ ਹਾਂ ਕਿ ਅਰਥ ਸ਼ਾਸਤਰ ਦੇ ਵਿੱਚ ਵੀ ਕੀ ਹੁੰਦਾ ਹੈ, ਅਸੀਂ ਜਿਹੜੀਆਂ ਆਦਰਸ਼ਾਤਮਕ ਵਿਗਿਆਨ ਦੇ ਰਾਹੀਂ ਇਕਨੋਮਿਕਸ ਦੇ ਵਿੱਚ ਜਿਹੜੀਆਂ ਨੀਤੀਆਂ ਬਣਾਈਆਂ ਜਾਂਦੀਆਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ, ਉਸ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਜਿਹੜੀ ਅਸੀਂ ਮੰਨ ਲਓ ਮਨਰੇਗਾ ਸਕੀਮ ਬਣਾਈ ਹੈ ਸਰਕਾਰ ਨੇ, ਉਹਨੂੰ ਕੀ ਕੀਤਾ ਆ, ਇਕਨੋਮੀ ਦੇ ਵਿੱਚ ਅਪਲਾਈ ਕੀਤਾ ਆ, ਅਰਥ ਵਿਵਸਥਾ ਵਿੱਚ ਅਪਲਾਈ ਕਰਕੇ ਕੀ ਹੈ ਬੇਰੁਜ਼ਗਾਰੀ ਤੇ ਗਰੀਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਆਪਾਂ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ ਕੀ ਹੈ, ਇੱਕ ਕਲਾ ਵੀ ਹੈ, ਜਿਹਦੇ ਵਿੱਚ ਕੀ ਆ ਨੌਲੇਜ, ਜਾਣਕਾਰੀ ਨੂੰ ਵਰਤਿਆ ਜਾਂਦਾ ਵਿਵਹਾਰਿਕ ਤੌਰ ਤੇ ਤਾਂ ਜੋ ਸਮੱਸਿਆ ਜਿਹੜੀ ਆ ਉਹਨੂੰ ਖਤਮ ਕੀਤਾ ਜਾ ਸਕੇ। ਕੇਨਜ਼ ਨੇ ਕਲਾ ਦੀ ਜਗ੍ਹਾ ਵਿਵਹਾਰਿਕ ਅਰਥ ਸ਼ਾਸਤਰ ਦੀ ਵਰਤੋਂ ਕੀਤੀ ਹੈ। ਆਧੁਨਿਕ ਅਰਥ ਸ਼ਾਸਤਰੀ ਕੀ ਹੈ, ਕਲਾ ਦੀ ਜਗ੍ਹਾ ਆਰਥਿਕ ਨੀਤੀ ਦਾ ਨਾਮ ਦਿੰਦੇ ਹੈ ਕਲਾ ਨੂੰ। ਸੋ ਆਪਾਂ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ ਕੀ ਸਾਡਾ ਇੱਕ ਕਲਾ ਵੀ ਹੈ। ਲਾਸਟ ਆਪਾਂ ਇਹ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ ਕੀ ਹੈ ਸਾਡਾ ਵਿਗਿਆਨ ਵੀ ਹੈ। ਇਹ ਵਿਗਿਆਨ ਦੋ ਤਰ੍ਹਾਂ ਦਾ ਹੈ, ਵਾਸਤਵਿਕ ਵਿਗਿਆਨ ਤੇ ਆਦਰਸ਼ਾਤਮਕ ਵਿਗਿਆਨ। ਵਾਸਤਵਿਕ ਵਿਗਿਆਨ ਕੀ ਹੁੰਦਾ ਹੈ? ਜੋ ਸਾਨੂੰ ਦੱਸਦਾ ਹੈ ਕਿ ਸਮੱਸਿਆ ਕੀ ਹੈ, ਕਿਹੋ ਜਿਹੀ ਸੀ ਪਹਿਲਾਂ ਤੇ ਅੱਗੇ ਜਾ ਕੇ ਕਿੰਨੀ ਗੰਭੀਰ ਹੋ ਸਕਦੀ ਹੈ। ਤੇ ਆਦਰਸ਼ਾਤਮਕ ਵਿਗਿਆਨ ਸਾਨੂੰ ਕੀ ਦੱਸਦਾ ਹੈ ਕਿ ਉਹ ਸਮੱਸਿਆ ਚੋਂ ਨਿਕਲਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਕੀ ਹੋਣਾ ਚਾਹੀਦਾ ਅੱਗੇ। ਇਹ ਸਾਨੂੰ ਕੀ ਹੈ ਨੀਤੀਆਂ ਬਣਾਉਣ ਦੇ ਲਈ, ਪਲੈਨਿੰਗ ਕਰਨ ਦੇ ਲਈ ਸਾਨੂੰ ਸਲਾਹ ਦਿੰਦਾ ਹੈ ਆਦਰਸ਼ਾਤਮਕ ਵਿਗਿਆਨ। ਤੇ ਆਦਰਸ਼ਾਤਮਕ ਵਿਗਿਆਨ ਤੋਂ ਬਾਅਦ ਆਪਾਂ ਕਹਿੰਦੇ ਹਾਂ ਕਿ ਅਰਥ ਸ਼ਾਸਤਰ ਸਾਡੀ ਕਲਾ ਵੀ ਹੈ, ਕਿਉਂਕਿ ਜੋ ਵੀ ਅਸੀਂ ਨੀਤੀਆਂ ਇੱਧਰ ਬਣਾਉਂਦੇ ਹਾਂ ਉਹਨੂੰ ਅਸੀਂ ਅਪਲਾਈ ਕਰਨ ਨੂੰ ਆਪਾਂ ਕਹਿੰਦੇ ਹਾਂ ਕਲਾ ਕਹਿੰਦੇ ਹਾਂ। ਸੋ ਆਪਾਂ ਇਨ ਦਾ ਲਾਸਟ ਆਪਾਂ ਇਹ ਕਹਿ ਸਕਦੇ ਕਿ ਅਰਥ ਸ਼ਾਸਤਰ ਵਿਗਿਆਨ ਅਤੇ ਕਲਾ ਦੋਵੇਂ ਹਨ। ਵਿਗਿਆਨ ਅਤੇ ਕਲਾ ਦੋਵੇਂ ਹਨ। ਵਿਦਿਆਰਥੀਓ, ਇਹ ਜਿਹੜਾ ਪ੍ਰਸ਼ਨ ਹੈ ਤੁਹਾਨੂੰ 4 ਜਾਂ 6 ਨੰਬਰ ਜਾਂ 1 ਜਾਂ 2 ਨੰਬਰ ਦੇ ਵਿੱਚ ਪੁੱਛਿਆ ਜਾ ਸਕਦਾ ਕਿ ਕੀ ਅਰਥ ਸ਼ਾਸਤਰ ਵਾਸਤਵਿਕ ਵਿਗਿਆਨ ਹੈ ਤੇ ਕੀ ਅਰਥ ਸ਼ਾਸਤਰ ਆਦਰਸ਼ਾਤਮਕ ਵਿਗਿਆਨ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਰਥ ਸ਼ਾਸਤਰ ਦਾ ਸੁਭਾਅ, ਪ੍ਰਕਿਰਤੀ ਦੇ ਬਾਰੇ ਪੜ੍ਹਿਆ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਜਿਹੜਾ ਟੌਪਿਕ ਹੈ ਕਲੀਅਰ ਹੋ ਗਿਆ ਹੋਵੇਗਾ। ਸੋ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।